ਹੈਲੋ ਫਰੈਂਡਸ, ਵੈਲਕਮ ਆਵਰ YouTube ਚੈਨਲ ਦਾ ਵਾਰਜ ਸਟੱਡੀ ਪੁਆਇੰਟ। ਅੱਜ ਦੀ ਇਸ ਵੀਡੀਓ ਵਿੱਚ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੋ ਇਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਇਨਕੁਆਇਰੀ ਹੈ ਜਾਂ ਕੁਝ ਕੈਂਡੀਡੇਟਸ ਦੇ ਕੁਐਸਚਨ ਹੈ ਕਿ DPI ਦੀਆਂ ਜਿਹੜੀ ਕੁਆਲੀਫਿਕੇਸ਼ਨ ਰਿਗਾਰਡਿੰਗ ਇਨਫੋਰਮੇਸ਼ਨ ਦੀ ਗੱਲ ਕੀਤੀ ਜਾਏਗੀ ਇਸ ਵੀਡੀਓ ਦੇ ਵਿੱਚ ਕਿ PSTET ਜ਼ਰੂਰੀ ਹੈ ਜਾਂ ਨਹੀਂ। ਜਿਸ ਤਰ੍ਹਾਂ ਐਡਵਰਟਾਈਜ਼ਮੈਂਟ ਦੇ ਵਿੱਚ ਲਿਖਿਆ ਹੋਇਆ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕੀਤੀ ਜਾਏਗੀ। ਐਂਡ ਜਿਸ ਤਰ੍ਹਾਂ 23-64 ਦੀ ਅੱਜ ਹੀਅਰਿੰਗ ਹੈ, ਇਸ ਬਾਰੇ ਗੱਲ ਕੀਤੀ ਜਾਏਗੀ ਕਿ ਆਇਆ ਫੈਸਲਾ। ਐਂਡ 61-94 ਦੀ ਗੱਲ ਕਰਾਂਗੇ, 41-61 ਦੀ, 66-35, 22-23-64 ਐਂਡ ਲੈਕਚਰ ਕ੍ਰਿਕਟਰ ਦੀ ਵੀ ਇੱਕ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੈਗੀ ਉਸ ਵੀਡੀਓ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਏਗੀ। ਐਂਡ PT ਟੀਚਰ ਜਿਹੜੇ ਹੈਗੇ ਨੇ ਇਹ ਵੀ ਇਨਕੁਆਇਰੀ ਸੀ। ਰਾਤ ਦੀ ਵੀਡੀਓ ਵਿੱਚ ਅਸੀਂ ਇਸ ਬਾਰੇ ਗੱਲਬਾਤ ਨਹੀਂ ਕਰ ਪਾਏ। 2 ਪੁਆਇੰਟਸ ਤੇ ਇਸ ਵੀਡੀਓ ਦੇ ਵਿੱਚ ਇਸ 2 ਪੁਆਇੰਟਸ 'ਤੇ ਵਿਚਾਰ ਚਰਚਾ ਜ਼ਰੂਰ ਕੀਤੀ ਜਾਏਗੀ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਜਿਹੜੀ DPI ਦੀ ਪੋਸਟਾਂ ਹੈਗੀਆਂ ਨੇ ਇਸ ਦੀ ਕੁਆਲੀਫਿਕੇਸ਼ਨ ਰਿਗਾਰਡਿੰਗ ਗੱਲ ਕਰ ਲੈਂਦੇ ਹਾਂ। ਜਿਸ ਤਰ੍ਹਾਂ ਆਪ ਸਭ ਕੈਂਡੀਡੇਟਸ ਨੇ ਐਡਵਰਟਾਈਜ਼ਮੈਂਟ ਨੂੰ ਰੀਡ ਆਊਟ ਕੀਤਾ ਹੋਣਾ ਹੈ, ਉਸ ਦੇ ਵਿੱਚ PSTET ਕੰਪਲਸਰੀ ਕਿਹਾ ਗਿਆ ਸੀ। ਉਸ ਦੇ ਰਿਗਾਰਡਿੰਗ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਅਪਡੇਟ ਕੀਤਾ ਜਾਏਗਾ ਕਿ ਜ਼ਰੂਰੀ ਹੈ ਜਾਂ ਨਹੀਂ। ਇਹ ਸਾਰੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਐਡਵਰਟਾਈਜ਼ਮੈਂਟ ਨੂੰ ਰੀਡ ਆਊਟ ਕਰ ਲੈਂਦੇ ਹਾਂ, ਦੈਨ ਇਸ ਬਾਰੇ ਆਪ ਜੀ ਨੂੰ ਇਨਫੋਰਮੇਸ਼ਨ ਦਿੱਤੀ ਜਾਏਗੀ। ਹਾਂਜੀ, ਜਿਸ ਤਰ੍ਹਾਂ ਅਸੀਂ ਐਡਵਰਟਾਈਜ਼ਮੈਂਟ ਦੇ ਉੱਪਰ ਪਹੁੰਚ ਚੁੱਕੇ ਹਾਂ, ਇੱਥੇ ਲਿਖਿਆ ਹੋਇਆ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਜੋ ਸਾਮੀਆਂ ਹੈਗੀਆਂ ਸੀ, ਲਗਭਗ ਤੁਸੀਂ ਦੇਖ ਸਕਦੇ ਹੋ ਨੀਚੇ ਆਪਣੀ ਕੈਟਾਗਰੀ ਵਾਈਜ਼ ਟੋਟਲ 168 ਸਾਮੇ ਦੀ ਗੱਲ ਕੀਤੀ ਗਈ ਸੀ। ਹਾਂਜੀ, ਵਿਦਿਅਕ ਯੋਗਤਾ ਫਿਜ਼ੀਕਲ ਐਜੂਕੇਸ਼ਨ ਲਈ ਤੁਸੀਂ ਦੇਖ ਸਕਦੇ ਹੋ। ਹਾਂਜੀ, ਫਸਟ ਲਿਖਿਆ ਹੋਇਆ ਹੈ ਤੁਸੀਂ ਇੰਟੀਗ੍ਰੇਟਡ ਕੋਰਸ ਜਿਹੜਾ ਹੈਗਾ 4 ਸਾਲ ਦਾ ਬੈਚਲਰ ਆਫ ਡਿਗਰੀ ਕੀਤੀ ਹੋਏ ਔਰ ਫਿਜ਼ੀਕਲ ਐਜੂਕੇਸ਼ਨ ਫਰੋਮ ਰਿਕਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ +2 ਵਿੱਚ ਆਪਦੇ 55% ਮਾਰਕਸ ਹੋਣੇ ਚਾਹੀਦੇ ਹਨ। ਐਂਡ ਅਦਰ ਥਿੰਕ ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਗ੍ਰੈਜੂਏਸ਼ਨ ਆਪ ਕੋਲ ਹੋਣੀ ਚਾਹੀਦੀ 55% ਮਾਰਕਸ ਨਾਲ। ਐਂਡ ਫਿਜ਼ੀਕਲ ਐਜ ਏ ਸਬਜੈਕਟ ਹੋਣਾ ਚਾਹੀਦਾ 3 ਸਾਲ ਦੇ ਵਿੱਚ ਜਿਹੜਾ ਤੁਸੀਂ ਕੋਰਸ ਕੀਤਾ ਕਿਸੇ ਵੀ ਰਿਕਗਨਾਈਜ਼ਡ ਯੂਨੀਵਰਸਿਟੀ ਤੋਂ। ਐਂਡ ਸ਼ੁੱਡ ਹੈਵ ਰਿਕੁਆਇਰਡ ਏ 1 ਈਅਰ BPEd ਐਂਡ DPEd ਫਰੋਮ ਏ ਰਿਕਗਨਾਈਜ਼ਡ ਯੂਨੀਵਰਸਿਟੀ ਇੰਸਟੀਟਿਊਸ਼ਨ ਜਿਹੜੇ UGC ਦੇ ਗਾਈਡਲਾਈਨਸ ਹਨ ਉਸ ਦੇ ਅਕੋਰਡਿੰਗ। ਹਾਂਜੀ, ਇੱਥੇ ਹੁਣ ਜਿਹੜਾ ਵਿਚਾਰ ਚਰਚਾ ਹੈ ਮੇਨ ਹੈਗੀ ਹੈ ਜਿਹੜੀ ਗ੍ਰੈਜੂਏਸ਼ਨ। ਹਾਂਜੀ, ਗ੍ਰੈਜੂਏਸ਼ਨ ਦੇ ਵਿੱਚ ਆਪ ਜੀ ਕੋਲ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਹੋਣਾ ਜ਼ਰੂਰੀ ਹੈ। ਹਾਂਜੀ, ਇੱਥੇ ਇਹ ਗੱਲ ਸਾਫ਼ ਲਿਖੀ ਹੋਈ ਹੈ ਜਿਹੜਾ ਫਿਜ਼ੀਕਲ ਐਜੂਕੇਸ਼ਨ ਤੁਹਾਡੇ ਕੋਲ 3 ਸਾਲ ਦਾ ਜਿਹੜਾ ਹੈਗਾ ਸਬਜੈਕਟ ਹੋਣਾ ਜ਼ਰੂਰੀ ਹੈ। ਜੇਕਰ ਨਹੀਂ ਹੈਗਾ ਤਾਂ ਇਸ ਦਾ ਕੀ ਸਲਿਊਸ਼ਨ ਹੈ। ਹਾਂਜੀ, ਇਸ ਬਾਰੇ ਵੀ ਫਿਰ ਗੱਲ ਕਰਾਂਗੇ। ਐਂਡ ਇਸ ਤੋਂ ਇਲਾਵਾ BPEd ਐਂਡ DPEd ਹੋਣੀ ਜ਼ਰੂਰੀ ਹੈ। ਇਹ ਸਾਰੀਆਂ ਗੱਲਾਂ ਤੁਸੀਂ ਰੀਡ ਆਊਟ ਕਰ ਲਈ ਹੋਣੀ ਹਨ। ਜਿਹੜੀ ਮੇਨ ਗੱਲ ਹੈਗੀ ਨੀਚੇ ਅਸੀਂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਬਜੈਕਟ ਦੀ ਬਾਅਦ 'ਚ ਗੱਲ ਕਰ ਲੈਂਦੇ ਹਾਂ। ਹਾਂਜੀ, ਪਹਿਲਾਂ ਨੀਚੇ ਲਿਖਿਆ ਹੋਇਆ ਹੈ ਕਿ ਸਾਰੇ ਹੀ ਉਪਰੋਕਤ ਵਿਦਿਅਕ ਯੋਗਤਾਵਾਂ ਤੋਂ ਇਲਾਵਾ PSTET ਜਿਹੜਾ ਹੈਗਾ ਉਹ ਜ਼ਰੂਰੀ ਹੈਗਾ, ਇੱਥੇ ਰੱਖਿਆ ਗਿਆ ਹੈ ਸਾਫ਼। ਹੁਣ ਗੱਲ ਕਰ ਲੈਂਦੇ BPEd ਜਾਂ DPEd ਨਾਲ PSTET ਹੋਣਾ ਜ਼ਰੂਰੀ ਹੈ ਜਾਂ ਉਹਦਾ ਟੈਟ ਹੁੰਦਾ ਹੈ ਜਾਂ ਨਹੀਂ ਹੁੰਦਾ। ਇਹ ਸਾਰੀ ਵਿਚਾਰ ਚਰਚਾ ਹੁਣ ਆਪਾਂ 1 ਬਾਏ 1 ਡਿਸਕਸ ਕਰਦੇ ਹਾਂ। ਹਾਂਜੀ, ਲਗਭਗ ਸਾਰੇ ਕੁਆਲੀਫਿਕੇਸ਼ਨ ਇਹ ਵਾਲੀ ਜਿਹੜੇ ਹੈਗੇ ਨੇ ਪਾਸ ਕਰਦੇ ਹੁੰਦੇ ਨੇ। ਹਾਂਜੀ, ਗ੍ਰੈਜੂਏਸ਼ਨ ਜੇਕਰ ਕੀਤੀ ਹੋਈ ਤਾਂ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਹੋਣੀ ਜ਼ਰੂਰੀ ਹੈਗੀ ਹੈ। ਆਪ ਜੀ ਨੂੰ ਪਹਿਲਾਂ ਮੈਂ ਪ੍ਰੀਵੀਅਸ ਰਿਕਰੂਟਮੈਂਟ ਜਿਹੜੀ ਹੋਈ ਸੀ ਲਗਭਗ 873 DP ਮਾਸਟਰ 800 DP ਐਂਡ 73 ਦੇ ਲੈਕਚਰ ਕ੍ਰਿਕਟਰ ਸੀ, ਉਸ ਬਾਰੇ ਮੈਂ ਵਿਚਾਰ ਚਰਚਾ ਕਰਨਾ। ਸਭ ਤੋਂ ਪਹਿਲਾਂ 2011 ਦੇ ਵਿੱਚ ਰਿਕਰੂਟਮੈਂਟ ਆਈ ਸੀ 645 ਦੀ। ਬਾਅਦ ਵਿੱਚ 2015 ਦੇ ਵਿੱਚ 800 ਪੋਸਟਾਂ ਦੀ ਗਿਣਤੀ ਕਰ ਦਿੱਤੀ ਗਈ ਸੀ। ਐਂਡ 2017 ਦੇ ਵਿੱਚ ਲਗਭਗ ਇਹ 873 ਪੋਸਟਾਂ ਹੋ ਗਈਆਂ ਸੀ। ਜਦੋਂ ਉਸ ਟਾਈਮ ਰਿਕਰੂਟਮੈਂਟ ਦਾ ਪ੍ਰੋਸੈਸ ਹੈਗਾ ਸੀ, 2 ਪੇਪਰ ਹੋਏ ਸੀ। ਇੱਕ ਓਨਲੀ ਡਿਸਕ੍ਰਿਪਟਿਵ ਹੋਇਆ ਸੀ ਐਪਟੀਟਿਊਡ ਦਾ ਐਂਡ ਇੱਕ ਹੋਇਆ ਸੀ ਮੇਨ ਜਿਹੜਾ ਸਬਜੈਕਟ ਸੀ ਫਿਜ਼ੀਕਲ ਐਜੂਕੇਸ਼ਨ। ਦੋਨਾਂ ਦੀ ਮੈਰਿਟ ਬਣੀ ਸੀ ਕੰਬਾਈਨਡ। ਦੈਨ ਉਸ ਦੇ ਵਿੱਚ ਜਿਹੜੇ BA ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਕਿਸੇ ਕੋਲ ਫਿਜ਼ੀਕਲ ਐਜੂਕੇਸ਼ਨ ਨਹੀਂ ਹੈਗੀ ਸੀ, ਪਹਿਲੇ ਉਸ ਦੇ ਉੱਪਰ ਅਬਜੈਕਸ਼ਨ ਲਗਾਈ ਗਈ ਸੀ। ਅਬਜੈਕਸ਼ਨ ਲਗਾਈ ਗਈ ਸੀ ਵਿਦ ਹੈਲਡ ਲਿਖਿਆ ਗਿਆ ਸੀ। ਦੈਨ ਬਾਅਦ ਦੇ ਵਿੱਚ ਉਸ ਨੂੰ ਪ੍ਰੂਵ ਕਰ ਦਿੱਤਾ ਗਿਆ ਸੀ, ਵਿਦ ਹੈਲਡ ਵਾਲੇ ਨੂੰ ਕੁਆਲੀਫਾਈ ਕਰ ਦਿੱਤਾ ਗਿਆ ਸੀ। ਉਸ ਟਾਈਮ ਜਿਹੜੀ ਗ੍ਰੈਜੂਏਸ਼ਨ ਵਿੱਚ ਫਿਜ਼ੀਕਲ ਐਜੂਕੇਸ਼ਨ ਹੋਣਾ ਕੰਪਲਸਰੀ ਨਹੀਂ ਰੱਖਿਆ ਗਿਆ ਸੀ। ਬਟ ਇਸ ਦੇ ਉਸ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਕੁਝ ਨਹੀਂ ਲਿਖਿਆ ਹੋਇਆ ਸੀ ਕਿ ਆਪ ਲਈ ਕਿਹੜੀ ਹੈ ਫਿਜ਼ੀਕਲ ਐਜੂਕੇਸ਼ਨ ਹੋਣਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ। ਬਟ ਇਸ ਦੇ ਵਿੱਚ ਜਿਹੜੀ ਹੈਗੀ ਹੁਣ ਸਾਡੀ ਐਡਵਰਟਾਈਜ਼ਮੈਂਟ ਹੁਣ ਰਿਲੀਜ਼ ਹੋਈ, ਇਸ ਦੇ ਵਿੱਚ ਸਾਫ਼ ਔਰ ਸਪਸ਼ਟ ਮੈਂਸ਼ਨ ਕੀਤਾ ਹੋਇਆ ਹੈ ਕਿ ਆਪਣੇ 3 ਸਾਲ ਜਿਹੜੀ ਤੁਸੀਂ ਗ੍ਰੈਜੂਏਸ਼ਨ ਕੀਤੀ ਉਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਤੁਸੀਂ ਪੜ੍ਹੀ ਹੋਈ ਐਜ਼ ਏ ਸਬਜੈਕਟ। BPEd DPEd ਕੀਤੀ ਹੋਈ ਐਂਡ ਤੁਸੀਂ 3 ਸਾਲ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਪੜ੍ਹੀ ਹੋਈ, ਇਹ ਜ਼ਰੂਰੀ ਕੰਡੀਸ਼ਨ ਹੋ ਜਾਂਦੀ ਹੈ। ਹੁਣ ਇੱਥੇ ਗੱਲ ਕਰ ਲਈ ਜਾਏ ਕਿ PSTET ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਹੈਗਾ। ਹਾਂਜੀ, ਸਭ ਤੋਂ ਪਹਿਲਾਂ ਗੱਲ ਇਹ ਹੈਗੀ ਕਿ ਜਿਹੜੇ ਮਾਸਟਰ ਕ੍ਰਿਕਟ ਜਾਂ ਫਿਜ਼ੀਕਲ ਐਜੂਕੇਸ਼ਨ ਤੁਸੀਂ ਟੀਚਰ ਬਣਨਾ ਚਾਹੁੰਦੇ, ਇਸ ਦੇ ਵਿੱਚ ਕਿਤੇ ਜਿਹੜੀ ਹੈਗੀ BEd ਨਹੀਂ ਰੱਖੀ ਗਈ। BEd ਰੱਖੀ ਦੈਟ ਮੀਨ ਤੁਹਾਡਾ ਕਿਹੜਾ PSTET ਜ਼ਰੂਰੀ ਨਹੀਂ ਹੈਗਾ। ਬਟ ਇੱਥੇ ਪਤਾ ਨਹੀਂ ਬਾਈ ਮਿਸਟੇਕ ਲਿਖਿਆ ਗਿਆ ਹੈ। ਸਾਰੇ ਜਿਹੜੇ ਉਪਰੋਕਤ ਮਾਸਟਰ ਕ੍ਰਿਕਟਰ ਦੇ ਵਿੱਚ ਆਈਆਂ ਸੀ ਜੋ ਰਿਕਰੂਟਮੈਂਟ ਉਸ ਦੇ ਰਿਗਾਰਡਿੰਗ ਇੱਕੋ ਨੀਚੇ ਨਾਲ ਲੈ ਲਿਖੀ ਸੀ ਵੀ ਸਾਰੇ ਨੇ ਜ਼ਰੂਰੀ ਹੈਗਾ। ਇਸ ਦੇ ਵਿੱਚ ਲਿਟਲ ਬਿਟ ਅਕੋਰਡਿੰਗ ਟੂ ਇਸ ਦੇ ਵਿੱਚ ਜਿਹੜੀ ਹੈਗੀ ਸੋਚ ਜਾਂ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਹੈਗੀ, ਕਿਉਂਕਿ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਲਈ
PS ਟੈਟ 2 ਨਹੀਂ ਹੁੰਦਾ, ਨਾ ਜ਼ਰੂਰੀ ਵੀ ਹੈਗਾ ਨਹੀਂ, ਕਿਉਂਕਿ PS ਟੈਟ ਲਿਆ ਨਹੀਂ ਜਾਂਦਾ। ਕਿਸ ਆਧਾਰ 'ਤੇ ਲਿਆ ਜਾਂਦਾ, ਜਦ ਵੀ PS ਟੈਟ ਫਿਜ਼ੀਕਲ ਐਜੂਕੇਸ਼ਨ ਟੀਚਰ ਬਣਨੀ ਕਿਸ ਤਰ੍ਹਾਂ ਪੀਅਰ ਹੋ ਸਕਦੇ ਨੇ, ਇਸ ਬਾਰੇ ਹਜੇ ਕੋਈ ਵੀ ਇਨਫੋਰਮੇਸ਼ਨ ਨਹੀਂ ਗੀ, ਜਾਂ ਅਸੀਂ ਅਨੁਮਾਨ ਲਗਾ ਸਕਦੇ ਵੀ ਇਹਨਾਂ ਦਾ ਹੁੰਦਾ ਹੀ ਨਹੀਂ। ਜੇ ਅਸੀਂ ਇਸ ਤਰ੍ਹਾਂ ਕਹੀਏ PS ਟੈਟ ਉਹਨਾਂ ਲਈ ਜ਼ਰੂਰੀ ਵੀ ਨਹੀਂ ਹੈਗਾ। ਇਸ ਕਰਕੇ ਤੁਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਵਿਜ਼ਿਟ ਕਰੋ, ਇਸ ਦੇ ਵਿੱਚ ਤੁਸੀਂ ਆਪਣੀ ਸੋਧ ਕਰਵਾਓ। ਜਿਸ ਤਰ੍ਹਾਂ ਲੈਕਚਰਰ ਕੇਡਰ ਦੇ ਵਿੱਚ, ਹੁਣ ਤਾਂ ਲੈਕਚਰਰ ਕੇਡਰ ਦੀ ਮੈਂ ਗੱਲ ਕਰ ਲੈਂਦਾ, ਜਿਸ ਤਰ੍ਹਾਂ ਲੈਕਚਰਰ ਕੇਡਰ ਦੇ ਵਿੱਚ ਵੀ ਜਿਹੜਾ ਹੈਗਾ ਸਬਜੈਕਟ B.Ed ਵਿੱਚ ਟੀਚਿੰਗ ਆਫ ਪੋਲੀਟੀਕਲ ਸਾਇੰਸ ਜਾਂ ਟੀਚਿੰਗ ਆਫ ਸੋਸ਼ਲ ਸਾਇੰਸ ਜਾਂ ਟੀਚਿੰਗ ਆਫ ਇਕਨੋਮਿਕਸ ਕੀਤਾ ਹੋਵੇ, ਬਟ ਉਸ ਦੇ ਵਿੱਚ ਬਾਅਦ ਵਿੱਚ ਸੋਧ ਕਰ ਦਿੱਤੀ ਗਈ ਸੀ। ਜੋ ਪ੍ਰੀਵੀਅਸ ਲੈਕਚਰਰ ਕੇਟਰ ਲਗਭਗ 352 ਲੈਕਚਰਰ ਕੇਟਰ ਆਇਆ ਸੀ, ਉਸ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਜੇਕਰ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ, ਜੇਕਰ ਤੁਸੀਂ B.Ed ਦੇ ਵਿੱਚ ਹਿਸਟਰੀ ਪੜ੍ਹੀ ਹੋਈ ਹੈ, SST ਪੜ੍ਹੀ ਹੋਈ ਹੈ, ਦੈਟ ਇਜ਼ ਵੈਲਿਡ ਹੋਏਗੀ ਕਿਸੇ ਵੀ ਤੁਸੀਂ ਲੈਕਚਰਰ ਕੇਟਰ ਵਿੱਚ ਪੀਅਰ ਹੋ ਰਹੇ ਹੋ, ਜਿਸ ਤਰ੍ਹਾਂ ਇਕਨੋਮਿਕਸ ਵਿੱਚ। ਅਤੇ ਉਸ ਲਈ ਗੁੱਡ ਨਿਊਜ਼ ਇਹ ਹੈਗੀ ਕਿ ਕੁਝ ਕੈਂਡੀਡੇਟਸ ਅੱਜ ਪਹੁੰਚ ਚੁੱਕੇ ਨੇ DPI ਆਫਿਸ ਦੇ ਵਿੱਚ, ਅਤੇ ਉਹ ਜਲਦੀ ਹੀ ਜਿਹੜਾ ਹੈਗਾ ਅਫੀਸ਼ੀਅਲ ਨੋਟੀਫਿਕੇਸ਼ਨ ਹੈਗਾ ਸੋਧ ਵਾਲਾ, ਉਹ ਰਿਲੀਜ਼ ਹੋ ਜਾਏਗਾ। ਹਾਂਜੀ, ਇਸੇ ਤਰ੍ਹਾਂ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਹੈਗੇ ਨੇ, ਉਹ ਆਪਣੇ ਇਸ ਦੇ ਰਿਗਾਰਡਿੰਗ ਸੋਧ ਕਰਾਉਣਾ ਚਾਹੁੰਦੇ ਹਨ, ਇਸ ਰਿਗਾਰਡਿੰਗ ਆਪਣੇ ਬੋਰਡ ਨਾਲ ਕੰਡਕਟ ਕਰਨ। ਜੋ ਵੀ ਇਸ ਦੇ ਵਿੱਚ ਵਿਚਾਰ ਵਟਾਂਦਰਾ ਹੋਏਗਾ, ਜੋ ਵੀ ਇਸ ਦੇ ਵਿੱਚ ਮੋਡੀਫਿਕੇਸ਼ਨ ਹੋਣੀ ਹੋਏਗੀ, ਉਹ ਜਲਦ ਹੀ ਕਰ ਦਿੱਤੀ ਜਾਏਗੀ। ਹਾਂਜੀ, ਇਹ ਸੀ ਜੀ ਛੋਟੀ ਜਿਹੀ ਇਨਫੋਰਮੇਸ਼ਨ ਜੋ ਦੇਣੀ ਸੀ DP ਟੀਚਰਾਂ ਲਈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਨੈਕਸਟ। ਹਾਂਜੀ, ਲੈਕਚਰਰ ਕੇਟਰ ਪਰ ਜਿਹੜੀ ਗੱਲ ਹੈਗੀ ਸੀ, ਉਹ ਆਪ ਜੀ ਨੂੰ ਦੱਸ ਦਿੱਤਾ ਗਿਆ ਹੈ ਵੀ ਗੁੱਡ ਨਿਊਜ਼ ਇਹ ਹੈਗੀ ਹੈ ਵੀ ਉਹ ਜੋ ਨੋਟੀਫਿਕੇਸ਼ਨ ਦੀ ਸੋਧ ਹੈਗੀ ਸੀ, ਉਹ DPI ਜਿਹੜੇ ਹੈਗੇ ਸੀ, ਕੁਝ ਕੈਂਡੀਡੇਟਸ ਪਹੁੰਚ ਚੁੱਕੇ ਹਨ, ਅੱਜ ਪਹੁੰਚ ਚੁੱਕੇ ਹਨ, ਅਤੇ ਜਲਦੀ ਨੋਟੀਫਿਕੇਸ਼ਨ ਰਿਲੀਜ਼ ਹੋ ਜਾਏਗਾ ਜੋ ਸੋਧ ਕਰਾਉਣੀ ਸੀ ਕੁਆਲੀਫਿਕੇਸ਼ਨ ਦੇ ਵਿੱਚ। ਹਾਂਜੀ, ਹੁਣ ਗੱਲ ਕਰ ਲੈਂਦੇ PT ਟੀਚਰ ਜਿਹੜਾ ਹੈਗਾ ਨੋਟੀਫਿਕੇਸ਼ਨ ਕਦੋਂ ਹੋਏਗਾ। ਜਿਹੜਾ PT ਟੀਚਰ 2000 ਦੇ ਕਰੀਬ ਪੋਸਟਾਂ ਹੈਗੇ, ਥੋੜ੍ਹਾ ਜਿਹਾ ਡਿਲੇ ਹੋ ਸਕਦਾ ਹੈ, ਇਸ ਨੋਟੀਫਿਕੇਸ਼ਨ ਦੇ ਵਿੱਚ। ਐਂਡ ਜਿਹੜਾ ETT ਕੇਟਰ ਹੈਗਾ 5994, ਇਹ ਜਲਦੀ ਹੀ ਰਿਲੀਜ਼ ਹੋ ਜਾਏਗਾ ਨੋਟੀਫਿਕੇਸ਼ਨ, ਜਿਸ ਤਰ੍ਹਾਂ ਆਪਣੇ NCT ਦੇ ਰੂਲਸ ਅਕੋਰਡਿੰਗ ਮੋਡੀਫਿਕੇਸ਼ਨ ਦੱਸੀ, ਜੋ ਉਸ ਦੇ ਵਿੱਚ ਲਿਟਲ ਬਿਟ ਅਮੈਂਡਮੈਂਟ ਹੋਣ ਜਾ ਰਹੀ, ਉਸ ਤੋਂ ਬਾਅਦ ਜਲਦੀ ਨੋਟੀਫਿਕੇਸ਼ਨ ਰਿਲੀਜ਼ ਹੋ ਜਾਏਗਾ। ਹਾਂਜੀ, ਹੁਣ ਗੱਲ ਕਰ ਲੈਂਦੇ ਆ 23-64, ਜਿਸ ਤਰ੍ਹਾਂ ਅੱਜ ਹੀਅਰਿੰਗ ਹੈਗੀ ਸੀ 14 ਨੂੰ ਹੀਅਰਿੰਗ, ਹਜੇ ਤੱਕ ਇਸ ਦਾ ਕੋਈ ਵੀ ਡਿਸੀਜਨ ਨਹੀਂ ਆਇਆ ਜਾਂ ਕੋਈ ਵੀ ਇਨਫੋਰਮੇਸ਼ਨ ਨਹੀਂ ਪਹੁੰਚੀ। ਜਦੋਂ ਇਨਫੋਰਮੇਸ਼ਨ ਪਹੁੰਚੇਗੀ, ਇਸ ਫੈਸਲੇ ਬਾਰੇ ਆਪ ਜੀ ਨੂੰ ਅਪਡੇਟ ਕਰ ਦਿੱਤਾ ਜਾਏਗਾ। ਐਂਡ ਮਾਸਟਰ ਕੇਟਰ ਜਿਹੜਾ ਹੈਗਾ, ਮਾਸਟਰ ਕੇਟਰ ਦਾ ਪੇਪਰ ਦੀ ਗੱਲ ਕੀਤੀ ਜਾਏ ਤਾਂ ਤੁਸੀਂ ਆਪਣੀ ਔਨਲਾਈਨ ਐਪਲੀਕੇਸ਼ਨ ਫੋਰਮ ਤੁਸੀਂ ਅਪਲਾਈ ਕਰ ਸਕਦੇ ਹੋ, ਅਤੇ ਪੇਪਰ ਜਿਹੜਾ ਹੈਗਾ ਐਂਡ 'ਚ ਹੋਏਗਾ, ਮਾਰਚ ਦੇ ਐਂਡ ਵਿੱਚ ਹੀ ਐਗਜ਼ਾਮ ਹੋਣ ਦੀ ਪੋਸੀਬਿਲਿਟੀ ਹੈਗੀ। ਪਹਿਲੇ ਕੋਈ ਵੀ ਨਜ਼ਰ ਐਗਜ਼ਾਮ ਦੀ ਪੋਸੀਬਿਲਿਟੀ ਨਹੀਂ ਆ ਰਹੀ। ਐਂਡ 66-35 ਲਗਭਗ ਜੇ ਸਕਰੂਟਨੀ ਹੈਗੀ, ਸਕਰੂਟਨੀ ਪ੍ਰੋਸੈਸ ਚੱਲ ਰਿਹਾ ਹੈ, 19 ਤੱਕ ਸਕਰੂਟਨੀ ਪ੍ਰੋਸੈਸ ਚੱਲੇਗਾ। ਦੈਟ ਜੇ ਮੈਰਿਟ ਦੀ ਗੱਲ ਕੀਤੀ ਤਾਂ ਡੈਫੀਨੇਟਲੀ ਮੈਰਿਟ ਡਾਊਨ ਆਏਗੀ। ਇੱਕ ਵਾਰ ਤੁਸੀਂ ਸਕਰੂਟਨੀ ਕਰਾਓ, ਜਦੋਂ NCT ਦੇ ਰੂਲਸ ਆਉਣਗੇ ਤਾਂ B.Ed ਵਿੱਚੋਂ ਆਊਟ ਹੋ ਜਾਂਦੀ ਹੈ, ਤਾਂ ਸਕਰੂਟਨੀ ਲਿਸਟ ਜਾਂ ਮੈਰਿਟ ਲਿਸਟ ਹੈ ਕਾਫੀ ਡਾਊਨ ਆ ਜਾਏਗੀ। ਹਾਂਜੀ, ਇਹ ਸੀ ਸਾਰੀ ਵਿਚਾਰ ਚਰਚਾ। ਆਈ ਹੋਪ ਆਪ ਨੂੰ ਸਾਰੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਅਪਡੇਟਸ ਲੈ ਕੇ। ਐਂਡ ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਕੋਈ ਐਕਸਟਰਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰ ਸਕਦੇ ਹੋ। ਉਸ ਦਾ ਲਿੰਕ ਆਪ ਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ। ਹਾਂਜੀ, ਉੱਥੇ ਕੋਈ ਵੀ ਇਨਫੋਰਮੇਸ਼ਨ ਲੈਣੀ ਤੁਸੀਂ ਮੈਸੇਜ ਕਰ ਸਕਦੇ ਹੋ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਇੱਕ ਨਵੀਂ ਅਪਡੇਟਸ ਲੈ ਕੇ। ਥੈਂਕਸ ਫॉर ਵਾਚਿੰਗ, ਸੀ ਯੂ ਨੈਕਸਟ ਵੀਡੀਓ। ਥੈਂਕ ਯੂ ਸੋ ਮਚ।